मुख्यमंत्री चन्नी साहब ਤੁਹਾਡੀਆਂ ਚੀਕਾਂ ਦਾ ਬਹੁਜਨ ਸਮਾਜ ਪਾਰਟੀ ਸਵਾਗਤ ਕਰਦੀ ਹੈ। ਅਸੀਂ ਖੁਸ਼ੀ ਮਨਾਉਂਦੇ ਹਾਂ ਕਿ ਤੁਸੀਂ ਆਪਣੀ ਜ਼ਮੀਰ ਸੋਨੀਆ ਗਾਂਧੀ ਕੋਲ ਵੇਚ ਦਿੱਤੀ ਹੈ। ਮੁੱਖ ਮੰਤਰੀ ਚੰਨੀ ਸਾਹਿਬ ਤੁਸੀਂ ਆਪਣੀ ਜ਼ਮੀਰ ਨਵਜੋਤ ਸਿੱਧੂ ਕੋਲ ਵੇਚ ਦਿੱਤੀ ਹੈ। ਪੰਜਾਬ ਦੇ ਦਲਿਤ ਵਰਗ ਨੂੰ ਉੱਤਰ ਦਿਓ, ਪੰਜਾਬ ਦੇ ਲੋਕਾਂ ਨੂੰ ਉੱਤਰ ਦਿਓ ਕਿ ਤੁਸੀਂ ਦਲਿਤ ਮੁੱਖ ਮੰਤਰੀ ਸੀ, ਤੁਸੀਂ ਆਪਣੇ ਦਲਿਤ ਭਰਾ ਦੀ ਦਲਿਤ ਡੀਜੀਪੀ ਦੀ ਕੁਰਸੀ ਕਿਉਂ ਨਹੀਂ ਬਚਾ ਸਕੇ। ਬਸਪਾ ਨੂੰ ਖਰੀਦਣ ਦੀ ਜ਼ਰੂਰਤ ਕਿਸੇ ਪਾਰਟੀ ਕੋਲ ਨਹੀਂ, ਲੇਕਿਨ ਕਾਂਗਰਸ ਨੂੰ ਖਰੀਦਣ ਦੀ ਜ਼ਰੂਰਤ ਭਾਰਤੀ ਜਨਤਾ ਪਾਰਟੀ ਕੋਲ ਹੈ। ਤੁਸੀਂ ਰਵਨੀਤ ਬਿੱਟੂ ਦੇ ਉੱਤੇ ਕੀ ਕਾਰਵਾਈ ਕੀਤੀ? ਤੁਹਾਡੀ ਜ਼ਮੀਰ ਮੁੱਖ ਮੰਤਰੀ ਸਾਹਿਬ, ਤੁਹਾਡੀ ਜ਼ਮੀਰ, ਤੁਸੀਂ ਆਪਣੀ ਜ਼ਮੀਰ ਕਾਂਗਰਸ ਦੇ ਚਰਨਾਂ 'ਚ ਰੱਖ ਕੇ ਮੁੱਖ ਮੰਤਰੀ ਦੀ ਗੱਦੀ ਦੀ ਕੁਰਸੀ ਲਈ ਆ। ਗੋਦ ਲੈ ਲਓ, ਗੋਦ ਲਵਾਂਗੇ, ਕੋਈ ਚੱਜ ਦੇ ਬੰਦੇ ਗੋਦ ਲਵਾਂਗੇ ਤੁਹਾਡੇ ਵਾਲੇ। ਤੁਹਾਡੀ ਧੌਣ ਤੇ ਗੋਡਾ ਨਾ ਚਮਕੌਰ ਸਾਹਿਬ ਰੱਖਿਆ, ਚਮਕੌਰ ਸਾਹਿਬ ਤੋਂ ਨਾ ਤੁਹਾਨੂੰ ਹਰਾਇਆ, ਬੁਰੀ ਤਰ੍ਹਾਂ ਨਾ ਹਰਾਇਆ। ਔਰ ਇਹ ਚੀਕਾਂ ਤੁਹਾਡੀਆਂ ਨਿਕਲਦੀਆਂ ਰਹਿਣਗੀਆਂ ਜਦ ਤੱਕ ਜਿੱਦਾਂ ਤੱਕ ਗਿਣਤੀ ਨਹੀਂ ਹੋ ਜਾਂਦੀ। ਬਹੁਜਨ ਸਮਾਜ ਪਾਰਟੀ ਲਈ ਅੱਜ ਬੜਾ ਖੁਸ਼ੀ ਦਾ ਦਿਨ ਸੀ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੂੰ ਬਹੁਜਨ ਸਮਾਜ ਪਾਰਟੀ ਦਾ ਹਾਥੀ ਲਗਾਤਾਰ ਸੁਪਨਿਆਂ 'ਚ ਡਰਾ ਰਿਹਾ। ਔਰ ਦੁਆਬੇ ਦੇ ਵਿੱਚ ਜਿੱਥੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ, ਜਿਹੜੇ ਕਿ ਦਿੱਲੀ ਦੇ ਹਾਕਮਾਂ ਦੇ ਗੁਲਾਮ ਹੈ, ਦਿੱਲੀ ਤੋਂ ਬੀਬੀ ਸੋਨੀਆ ਦੇ ਗੁਲਾਮ ਆ, ਔਰ ਹੁਕਮ ਦਾ ਗੁਲਾਮ ਬਾਰ-ਬਾਰ ਬਹੁਜਨ ਸਮਾਜ ਪਾਰਟੀ ਦੇ ਉੱਤੇ ਹਮਲਾ ਕਰਦਾ ਆ। ਬਹੁਜਨ ਸਮਾਜ ਪਾਰਟੀ ਆਪਣੇ ਵਰਕਰਾਂ ਨੂੰ, ਲੀਡਰਸ਼ਿਪ ਨੂੰ ਇਸ ਗੱਲ ਦੀ ਵਧਾਈ ਦਿੰਦੀ ਆ ਕਿ ਕਾਂਗਰਸ ਪਾਰਟੀ ਔਰ ਕਾਂਗਰਸ ਦਾ ਮੁੱਖ ਮੰਤਰੀ ਚੀਕਾਂ ਮਾਰ ਰਿਹਾ, ਹਾਥੀ ਹਾਥੀ ਯਾਦ ਕਰ ਰਿਹਾ। ਅੱਜ ਤਾਜ਼ੀਆਂ ਚੀਕਾਂ ਕਾਂਗਰਸ ਪਾਰਟੀ ਨੇ ਮਾਰੀਆਂ ਕਿ ਮੁੱਖ ਮੰਤਰੀ ਚੰਨੀ ਸਾਹਿਬ ਕਹਿ ਰਹੇ ਆ ਕਿ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਖਰੀਦ ਲਿਆ ਹੈ। ਮਾਨਯੋਗ ਮੁੱਖ ਮੰਤਰੀ ਸਾਹਿਬ, ਬਹੁਜਨ ਸਮਾਜ ਪਾਰਟੀ ਦਾ ਇਹ ਮੰਨਣਾ ਆ ਕਿ ਤੁਸੀਂ ਆਪਣੀ ਜ਼ਮੀਰ ਸੋਨੀਆ ਗਾਂਧੀ ਕੋਲ ਵੇਚ ਦਿੱਤੀ ਆ। ਮੁੱਖ ਮੰਤਰੀ ਚੰਨੀ ਸਾਹਿਬ ਤੁਸੀਂ ਆਪਣੀ ਜ਼ਮੀਰ ਨਵਜੋਤ ਸਿੱਧੂ ਕੋਲ ਵੇਚ ਦਿੱਤੀ ਆ। ਤਾਜੀ ਧਾਰਨ ਹੈ, 24 ਘੰਟੇ ਨਹੀਂ ਹਲੇ ਹੋਏ, ਪੰਜਾਬ ਦਾ ਦਲਿਤ ਡੀਜੀਪੀ ਜਿਹੜਾ 25-26 ਸਾਲਾਂ ਤੋਂ ਬਾਅਦ ਉਹ ਵੀ ਕਾਰਜਕਾਰੀ ਲੱਗਾ ਸੀ, ਤੁਸੀਂ ਉਹਦੀ ਕੁਰਸੀ ਨਹੀਂ ਬਚਾ ਪਾਏ। ਮੁੱਖ ਮੰਤਰੀ ਚੰਨੀ ਸਾਹਿਬ, ਪੰਜਾਬ ਦੇ ਦਲਿਤ ਵਰਗ ਨੂੰ ਉੱਤਰ ਦਿਓ, ਪੰਜਾਬ ਦੇ ਲੋਕਾਂ ਨੂੰ ਉੱਤਰ ਦਿਓ ਕਿ ਤੁਸੀਂ ਦਲਿਤ ਮੁੱਖ ਮੰਤਰੀ ਸੀ, ਤੁਸੀਂ ਆਪਣੇ ਦਲਿਤ ਭਰਾ ਦੀ ਦਲਿਤ ਡੀਜੀਪੀ ਦੀ ਕੁਰਸੀ ਕਿਉਂ ਨਹੀਂ ਬਚਾ ਸਕੇ। ਮਾਨਯੋਗ ਮੁੱਖ ਮੰਤਰੀ ਸਾਹਿਬ, ਬਸਪਾ ਨੂੰ ਕੋਈ ਖਰੀਦ ਨਹੀਂ ਸਕਦਾ। ਬਸਪਾ ਨੂੰ ਖਰੀਦਣ ਦੀ ਜ਼ਰੂਰਤ ਕਿਸੇ ਪਾਰਟੀ ਕੋਲ ਨਹੀਂ, ਕਿਸੇ ਪਾਰਟੀ ਕੋਲ ਨਹੀਂ, ਲੇਕਿਨ ਕਾਂਗਰਸ ਨੂੰ ਖਰੀਦਣ ਦੀ ਜ਼ਰੂਰਤ ਭਾਰਤੀ ਜਨਤਾ ਪਾਰਟੀ ਕੋਲ ਹੈ। 170 MLA 2016 ਤੋਂ ਲੈ ਕੇ 2020 ਤੱਕ, ਮੁੱਖ ਮੰਤਰੀ ਸਾਹਿਬ ਸੁਣਿਓ ਜਰਾ, ਤੁਹਾਡੀ ਪਾਰਟੀ ਦੇ ਕਾਂਗਰਸ ਦੇ 170 MLA 2016 ਤੋਂ 2020 ਤੱਕ, ADR ਦੀ ਰਿਪੋਰਟ ਹੈ, ADR ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ, ਉਹਦੀ ਰਿਪੋਰਟ ਹੈ, ਤੁਹਾਡੇ 170 MLA ਭਾਰਤੀ ਜਨਤਾ ਪਾਰਟੀ ਖਰੀਦ ਚੁੱਕੀ ਆ। ਭੁੱਲ ਗਏ ਮੱਧ ਪ੍ਰਦੇਸ਼ ਨੂੰ? 27 MLA ਸਣੇ ਤੁਹਾਡੇ ਕੇਂਦਰੀ ਸਾਬਕਾ ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ, ਸਾਰਾ ਹੀ ਟੱਬਰ ਭਾਜਪਾ ਦੇ ਕੋਲ ਗਿਰਵੀ ਹੋ ਗਿਆ। ਭੁੱਲ ਗਏ ਤੁਸੀਂ? ਕਾਂਗਰਸ ਦਾ ਤੁਹਾਡਾ MLA ਅੰਗਦ ਉਹ ਸਿੰਘ ਇੱਕ ਕੁਮਾਰ ਹੈ, ਚੈੱਕ ਕਰ ਲਿਓ, ਉਹਨਾਂ ਦੀ ਧਰਮ ਪਤਨੀ ਕਾਂਗਰਸ ਦੀ MLA, ਕਾਂਗਰਸ ਦੇ ਖਾਨਦਾਨੀ ਟੱਬਰ, ਰਾਏ ਬਰੇਲੀ ਤੋਂ MLA, ਲੋਕ ਸਭਾ ਬੀਬੀ ਸੋਨੀਆ ਗਾਂਧੀ ਦੀ ਅਦਿਤੀ ਸਿੰਘ ਭਾਰਤੀ ਜਨਤਾ ਪਾਰਟੀ ਕੋਲ ਚਲੇ ਗਈ। ਤੁਹਾਡਾ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਤੁਹਾਡੇ ਤੋਂ 3 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਕੋਲ ਚਲਾ ਗਿਆ। ਤੁਹਾਡੇ G23 23 ਲੀਡਰ ਤੁਹਾਡੇ ਕੋਪ ਭਵਨ 'ਚ ਬੈਠੇ ਆ, ਰੁੱਸੇ ਹੋ ਬੈਠੇ ਆ, ਸਣੇ ਮੈਂਬਰ ਪਾਰਲੀਮੈਂਟ ਤਵਾੜੀ ਜੀ ਦੇ ਭਾਰਤੀ ਜਨਤਾ ਪਾਰਟੀ ਕੋਲ ਇੱਕ ਇੱਕ ਕਰਕੇ ਜਾ ਰਹੇ ਆ। ਮਾਨਯੋਗ ਮੁੱਖ ਮੰਤਰੀ ਚੰਨੀ ਜੀ, ਬਹੁਜਨ ਸਮਾਜ ਪਾਰਟੀ ਦਾ ਇੱਕ ਵੀ ਆਗੂ, ਇੱਕ ਵੀ ਪਾਰਟੀ ਦਾ ਵਰਕਰ ਨਾ ਕਾਂਗਰਸ ਦਾ ਬਕਾਊ ਆ, ਨਾ ਕਿਸੇ ਹੋਰ ਪਾਰਟੀ ਦਾ ਦਬਾਊ ਆ। ਆ ਜਿਹੜੇ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਦੁਆਬੇ ਵਾਲਿਓ ਗੋਦ ਲੈ ਲਿਓ, ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਨਹੀਂ, ਇਹ ਦਲਿਤ ਮੁੱਖ ਮੰਤਰੀ, ਤੁਸੀਂ ਦੁਆਬੇ ਦਾ ਮੁੱਖ ਮੰਤਰੀ ਆ। ਔਰ ਦੁਆਬੇ ਦੇ ਮੁੱਖ ਮੰਤਰੀ, ਹੁਣ ਤੁਸੀਂ ਦੁਆਬੇ ਦੇ ਲੋਕਾਂ ਨੂੰ ਇਹ ਕਹਿਣ ਲੱਗ ਪਏ ਜਿਹੜੇ ਸਾਬਕਾ ਸ਼੍ਰੀਰਾਮ ਦਾ ਅੰਦੋਲਨ ਲੈ ਕੇ ਚੱਲ ਰਹੇ ਆ, ਜਿਹੜੇ ਬਾਬਾ ਸਾਹਿਬ ਅੰਬੇਡਕਰ ਦਾ ਅੰਦੋਲਨ ਲੈ ਕੇ ਚੱਲ ਰਹੇ ਆ, ਜਿਹੜੇ ਬਾਬੂ ਮੰਗੂ ਰਾਮ ਮੰਗੋਵਾਲੀਆ ਦਾ ਧਰਮ ਅੰਦੋਲਨ ਲੈ ਕੇ ਚੱਲ ਰਹੇ ਆ, ਜਿਹੜੇ ਕ੍ਰਾਂਤੀ ਦੁਆਬੇ ਦੀ ਧਰਤੀ ਦੇ ਇਨਕਲਾਬ ਜਿੰਦਾਬਾਦ ਹੋ ਰਹੇ ਆ,
ਤੁਸੀਂ ਉਸ ਧਰਤੀ ਨੂੰ ਕਹਿ ਰਹੇ ਹੋ ਗੋਦ ਲੈ ਲਓ। ਕਿਉਂ? ਤੁਸੀਂ ਰਵਨੀਤ ਬਿੱਟੂ ਦੇ ਉੱਤੇ ਕੀ ਕਾਰਵਾਈ ਕੀਤੀ? ਤੁਹਾਡੀ ਜ਼ਮੀਰ, ਮੁੱਖ ਮੰਤਰੀ ਸਾਹਿਬ, ਤੁਹਾਡੀ ਜ਼ਮੀਰ, ਤੁਸੀਂ ਆਪਣੀ ਜ਼ਮੀਰ ਕਾਂਗਰਸ ਦੇ ਚਰਨਾਂ 'ਚ ਰੱਖ ਕੇ ਮੁੱਖ ਮੰਤਰੀ ਦੀ ਗੱਦੀ ਦੀ ਕੁਰਸੀ ਲਈ ਆ। ਮੁੱਖ ਮੰਤਰੀ ਹੁੰਦਾ ਬਹੁਜਨ ਸਮਾਜ ਪਾਰਟੀ ਦਾ, ਤੇ ਉਹ ਕਹਿੰਦਾ ਬਹੁਜਨ ਸਮਾਜ ਬਾਰੇ ਪਵਿੱਤਰ ਤੇ ਪੰਥਕ ਸੀਟਾਂ ਇਹ ਬਹੁਜਨ ਸਮਾਜ ਨੂੰ ਕਿਉਂ ਚਲੇ ਗਈਆਂ। ਨਾ ਤੜਕਸਾਰ ਉਹਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਹੁੰਦੀ। ਮੁੱਖ ਮੰਤਰੀ ਸਾਹਿਬ ਦੱਸੋ ਤੁਹਾਡੀ ਜ਼ਮੀਰ ਕਿੱਥੇ ਆ? ਕਿੱਥੇ ਹੈ ਤੁਹਾਡੀ ਜ਼ਮੀਰ? ਗੋਦ ਲੈ ਲਓ। ਗੋਦ ਲਵਾਂਗੇ, ਕੋਈ ਚੱਜ ਦੇ ਬੰਦੇ ਗੋਦ ਲਵਾਂਗੇ ਦੁਆਬੇ ਵਾਲੇ, ਚੱਜ ਦੇ ਜਿਹੜੇ ਕੌਮ ਤੇ ਮਰ ਮਿਟਣ ਵਾਲੇ ਹੋਣ। ਤੁਸੀਂ ਕਹਿ ਰਹੇ ਹੋ ਸਾਹਿਬ ਕਾਂਸ਼ੀ ਰਾਮ ਦਾ ਮਿਸ਼ਨ ਗਹਿਣੇ ਧਰ ਦਿੱਤਾ। ਤੁਸੀਂ ਕੌਣ ਹੋ ਮੁੱਖ ਮੰਤਰੀ ਸਾਹਿਬ? ਹੂ ਆਰ ਯੂ? ਮਾਨਯਵਰ ਕਾਂਸ਼ੀ ਰਾਮ ਸਾਹਿਬ ਰੋਪੜ ਦਾ ਸੀ, ਤੁਸੀਂ ਰੋਪੜ ਦੇ ਖਵਾਸਪੁਰੇ ਪਿੰਡ ਦੇ ਵਿੱਚੋਂ ਜੰਮੇ ਪਲੇ ਮੁੱਖ ਮੰਤਰੀ ਸਾਹਿਬ। ਤੁਸੀਂ ਦਲਿਤ ਵਰਗਾਂ 'ਚ ਪੈਦਾ ਹੋਏ ਬਹੁਜਨ ਸਮਾਜ ਦੇ ਰਾਸ਼ਟਰੀ ਨੇਤਾ, ਮਹਿਬੂਬ ਨੇਤਾ ਮਾਨਯਵਰ ਸਾਹਿਬ ਕਾਂਸ਼ੀ ਰਾਮ ਦੇ ਇਹ ਪਿੰਡ ਇੱਕ ਵਾਰ ਨਹੀਂ ਗਏ ਹੈਗੇ, ਇੱਕ ਵਾਰ ਨਹੀਂ ਗਏ। ਤੁਸੀਂ ਜੇ ਗੱਲ ਕਾਂਸ਼ੀ ਰਾਮ ਸਾਹਿਬ ਦੀ ਠੇਕੇਦਾਰੀ ਦੀ ਛੱਡੋ, ਤੁਸੀਂ ਆਪਣੀ ਗਾਂਧੀ ਦੀ ਠੇਕੇਦਾਰੀ ਦੇ ਉੱਤੇ ਕੰਮ ਕਰੋ। ਗਾਂਧੀ ਤੁਹਾਡਾ ਠੇਕੇਦਾਰ ਹੈ, ਬਹੁਜਨ ਸਮਾਜ ਦਾ ਠੇਕੇਦਾਰ ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ ਆ ਜਾਂ ਭੈਣ ਕੁਮਾਰੀ ਮਾਇਆਵਤੀ ਜੀ ਆ। ਆ ਜਿਹੜਾ ਤੁਸੀਂ ਰਿਜੈਕਟਡ ਮਾਲ ਬਹੁਜਨ ਸਮਾਜ ਪਾਰਟੀ ਦਾ ਚੁੱਕ ਕੇ ਲੈ ਕੇ ਗਏ ਹੋ, ਰਿਜੈਕਟਡ ਮਾਲ ਜਿਹਨੂੰ ਸਮਾਜ ਨੇ ਨਕਾਰ ਦਿੱਤਾ, ਜਿਨ੍ਹਾਂ ਨੂੰ ਬਾਰ-ਬਾਰ ਬਹੁਜਨ ਸਮਾਜ ਨੇ ਸਨਮਾਨ ਤੇ ਸਤਿਕਾਰ ਦਿੱਤਾ, ਕਦੇ ਲੋਕ ਸਭਾ ਦੀ ਟਿਕਟ ਦਿੱਤੀ, ਕਦੇ ਵਿਧਾਨ ਸਭਾ ਦੀ ਟਿਕਟ ਦਿੱਤੀ, ਔਰ ਉਹ ਲੀਡਰ ਕਦੇ ਵੀ ਆਪਣੀ ਪਾਰਟੀ ਦੇ ਆਗੂਆਂ ਨਾਲ ਇਕਜੁੱਟਤਾ ਨਾਲ ਚੱਲ ਨਾ ਸਕੇ। ਹਮੇਸ਼ਾ ਹੀ ਤੁਹਾਡੀਆਂ ਪਾਰਟੀਆਂ ਦੀ ਉਹ ਭਵਿੱਖਣਗਿਰੀ ਕਰਦੇ ਰਹੇ। ਤੁਸੀਂ ਭਵਿੱਖਣਾਂ ਨੂੰ ਲੈ ਕੇ ਤਾਂ ਬਹੁਜਨ ਸਮਾਜ ਤੇ ਤੁਸੀਂ ਬੜਾ ਉਪਕਾਰ ਕੀਤਾ, ਬਹੁਤ ਉਪਕਾਰ ਕੀਤਾ ਤੁਸੀਂ। ਜਿਹੜਾ ਭੈਣ ਕੁਮਾਰੀ ਮਾਇਆਵਤੀ ਜੀ ਦਾ ਫੈਸਲਾ ਮੰਨਣ ਤੋਂ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਗਠਬੰਧਨ ਦਾ ਇਨਕਾਰੀ ਹੋ ਗਿਆ, ਪਾਰਟੀ ਨੇ ਉਹਨੂੰ ਕੱਢ ਦਿੱਤਾ। ਤੁਸੀਂ ਕੱਢਿਆ ਮਾਲ ਚੁੱਕ ਕੇ ਲੈ ਗਏ, ਤੁਸੀਂ ਲੈ ਜਾਓ, ਭਾਜਪਾ ਲੈ ਜਾਓ, ਬਹੁਜਨ ਸਮਾਜ ਪਾਰਟੀ ਦੀ ਸਿਹਤ ਤੇ ਕੋਈ ਅਸਰ ਨਹੀਂ ਹੈ। ਬਹੁਜਨ ਸਮਾਜ ਪਾਰਟੀ ਦਾ ਹਾਥੀ ਅਸੀਂ 20 ਸੀਟਾਂ ਲੈ ਰਹੇ ਹਾਂ, ਲੜ ਰਹੇ ਹਾਂ। ਅਸੀਂ 17 ਡਿਕਲੇਅਰ ਕਰ ਦਿੱਤੀਆਂ ਆ, 3 ਬਚਦੀਆਂ ਆ। ਨਵਾਂ ਸ਼ਹਿਰ ਤੋਂ ਡਾਕਟਰ ਨਛੱਤਰਪਾਲ ਜੀ ਸੂਬਾ ਜਨਰਲ ਸਕੱਤਰ ਪੰਜਾਬ ਲੜ ਰਹੇ ਆ। ਫਗਵਾੜੇ ਤੋਂ ਮੈਂ ਖੁਦ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਨਾਲ ਲੜ ਰਿਹਾ। ਕਰਤਾਰਪੁਰ ਤੋਂ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਜੀ ਲੜ ਰਹੇ ਆ। ਸ਼ਾਮ 84 ਤੋਂ ਜ਼ਿਲ੍ਹੇ ਹੁਸ਼ਿਆਰਪੁਰ ਦੇ ਸਾਬਕਾ ਪ੍ਰਧਾਨ ਇੰਜੀਨੀਅਰ ਮਹਿੰਦਰ ਸੰਧਰ ਲੜ ਰਹੇ ਆ। ਬਸੀ ਪਠਾਣਾ ਤੋਂ ਬਹੁਜਨ ਸਮਾਜ ਪਾਰਟੀ ਦੇ ਜ਼ੋਨ ਇੰਚਾਰਜ ਐਡਵੋਕੇਟ ਸ਼ਿਵ ਕਲਿਆਣ ਜੀ ਲੜ ਰਹੇ ਆ। ਪਾਇਲ ਤੋਂ ਸੂਬਾ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਡਾਕਟਰ ਜਸਪ੍ਰੀਤ ਜੀ ਲੜ ਰਹੇ ਆ। ਮਹਿਲ ਕਲਾਂ ਤੋਂ ਸੂਬਾ ਜਨਰਲ ਸਕੱਤਰ ਪੰਜਾਬ ਚਮਕੌਰ ਸਿੰਘ ਵੀਰ ਲੜ ਰਹੇ ਆ। ਬੈਸਟ ਤੋਂ ਬਹੁਜਨ ਸਮਾਜ ਪਾਰਟੀ ਦੇ ਜ਼ੋਨ ਇੰਚਾਰਜ ਪਾਰਲੀਮੈਂਟ ਦੇ ਇੰਚਾਰਜ ਔਰ ਬਾਮਸੇਵ ਦੇ ਸਾਬਕਾ ਆਗੂ ਸ਼੍ਰੀ ਨੀਲ ਕੁਮਾਰ ਡੀਐਮ ਸਾਹਿਬ ਲੜ ਰਹੇ ਆ। ਹੁਸ਼ਿਆਰਪੁਰ ਤੋਂ ਸ਼੍ਰੀ ਵਰਿੰਦਰ ਪ੍ਰਹਾਰ ਜੀ ਸਮਾਜ ਸੇਵੀ ਲੜ ਰਹੇ ਆ। ਭੂਆ ਤੋਂ ਸ਼੍ਰੀ ਰਜੇਸ਼ ਕੁਮਾਰ ਮਾਜਰਾ ਜੀ ਸਰਪੰਚ ਸਾਹਿਬ ਲੜ ਰਹੇ ਆ। ਕਿਹੜੀਆਂ ਗੱਲਾਂ ਕਰਦੇ ਹੋ? ਕਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਕਰਦੇ ਹੋ? ਤੁਹਾਡੀ ਧੌਣ ਤੇ ਗੋਡਾ ਨਾ ਚਮਕੌਰ ਸਾਹਿਬ ਰੱਖਿਆ, ਚਮਕੌਰ ਸਾਹਿਬ ਤੋਂ ਨਾ ਤੁਹਾਨੂੰ ਹਰਾਇਆ, ਬੁਰੀ ਤਰ੍ਹਾਂ ਨਾ ਹਰਾਇਆ। ਔਰ ਜਿਹੜਾ ਦਲਿਤ ਸਮਾਜ ਨੂੰ ਤੁਸੀਂ ਬਦਨਾਮ ਕੀਤਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ, ਆਪਣੀ ਜ਼ਮੀਰ ਵੇਚ ਕੇ ਕਾਂਗਰਸ ਦੇ ਅੱਗੇ ਇੱਕ ਡੀਜੀਪੀ, ਦਲਿਤ ਡੀਜੀਪੀ ਦੀ ਕੁਰਸੀ ਨਹੀਂ ਬਚਾ ਸਕੇ। ਨੀਂਹ ਪੱਥਰ ਤੁਸੀਂ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਕਾਲਜ ਦਾ ਰੱਖਿਆ। ਸ਼ਰਮ ਆਉਣੀ ਚਾਹੀਦੀ ਹੈ ਕਾਂਗਰਸ ਨੂੰ। 5 ਸਾਲਾਂ 'ਚ ਕੋਈ ਦਿਖਾ ਲਓ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੇ ਤੁਸੀਂ ਕੁਝ ਬਣਾਇਆ, ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਮ ਤੇ ਕੁਝ ਬਣਾਇਆ ਹੋਵੇ, ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਕਾਂਗਰਸ ਨੇ ਕੁਝ ਬਣਾਇਆ ਹੋਵੇ, ਪਰਮ ਪੂਜਯ ਭਗਵਾਨ ਵਾਲਮੀਕ ਜੀ ਦੇ ਨਾਂ ਤੇ ਕਾਂਗਰਸ ਨੇ ਕੁਝ ਬਣਾਇਆ ਹੋਵੇ, ਸਤਿਗੁਰੂ ਸਦਨਾ ਜੀ ਦੇ ਨਾਂ ਤੇ ਕਾਂਗਰਸ ਨੇ ਕੁਝ ਬਣਾਇਆ ਹੋਵੇ, ਓਬੀਸੀ ਪਛੜੇ ਵਰਗ ਦੇ ਮੰਡਲ ਕਮਿਸ਼ਨ ਰਿਪੋਰਟ ਤੇ ਕਾਂਗਰਸ ਨੇ ਕੋਈ ਕੰਮ ਕੀਤਾ ਹੋਵੇ, 85ਵੀਂ ਸੋਧ ਤੇ ਕਾਂਗਰਸ ਨੇ ਕੋਈ ਕੰਮ ਕੀਤਾ ਹੋਵੇ, ਮੁਲਾਜ਼ਮਾਂ ਦੀਆਂ ਰੁਕੀਆਂ ਤਰੱਕੀਆਂ ਨੂੰ ਬਹਾਲ ਕਰਨ ਲਈ ਕਾਂਗਰਸ ਨੇ ਪਿਛਲੇ 5 ਸਾਲਾਂ 'ਚ ਕੁਝ ਕੀਤਾ ਹੋਵੇ। ਮੁੱਖ ਮੰਤਰੀ ਸਾਹਿਬ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨਿਕਲ ਗਈ ਕਾਂਗਰਸ। ਸਾਧੂ ਸਿੰਘ ਧਰਮ ਸੋਧ ਦੇ ਉੱਤੇ ਵਿਭਾਗ ਦੇ ਸੈਕਟਰੀ ਨੇ ਗੱਲ ਕਹੀ ਆ ਕਿ 64 ਕਰੋੜ ਦਾ ਡਾਕਾ ਵੱਜਿਆ। ਮੁੱਖ ਮੰਤਰੀ ਸਾਹਿਬ, ਉਦੋਂ ਤੁਹਾਡੀ ਜ਼ਮੀਰ ਕਿੱਥੇ ਸੀ? ਉਦੋਂ ਕਿੱਥੇ ਸੀ ਤੁਹਾਡੀ ਜ਼ਮੀਰ? ਤੁਸੀਂ ਕਿਉਂ ਨਹੀਂ ਅੱਜ ਤੱਕ ਸਾਧੂ ਸਿੰਘ ਧਰਮ ਸੋਧ ਤੇ ਕਾਰਵਾਈ ਕੀਤੀ ਔਰ ਵਜੀਫਿਆਂ ਦੇ ਕੱਪੜੇਬਾਜ਼ ਲੋਕਾਂ ਨੂੰ ਤੁਸੀਂ ਜੇਲ੍ਹਾਂ ਵਿੱਚ ਡੱਕਿਆ? ਮੁੱਖ ਮੰਤਰੀ ਚੰਨੀ ਸਾਹਿਬ, ਤੁਹਾਡੀਆਂ ਚੀਕਾਂ ਦਾ ਬਹੁਜਨ ਸਮਾਜ ਪਾਰਟੀ ਸਵਾਗਤ ਕਰਦੀ, ਅਸੀਂ ਖੁਸ਼ੀ ਮਨਾਉਂਦੇ ਹਾਂ। ਔਰ ਇਹ ਚੀਕਾਂ ਤੁਹਾਡੀਆਂ ਨਿਕਲਦੀਆਂ ਰਹਿਣਗੀਆਂ ਜਦ ਤੱਕ ਜਿੱਦਣ ਤੱਕ ਗਿਣਤੀ ਨਹੀਂ ਹੋ ਜਾਂਦੀ, ਕਿਉਂਕਿ ਜਿੱਦਣ ਗਿਣਤੀ ਹੋ ਗਈ ਉਦੋਂ ਤੱਕ ਕਾਂਗਰਸ ਨੂੰ ਅਸੀਂ ਖਤਮ ਕਰ ਦੇਗੇ, ਚੀਕਾਂ ਬੰਦ ਹੋ ਜਾਣਗੀਆਂ।